ਜੀ ਆ ਚੱਲਦੇ ਜੀ ਆਪਾਂ ਅਗਲੀ ਖਬਰ ਤੇ ਕਹਿੰਦੇ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਆਜ਼ਾਦ ਵਿਧਾਇਕ ਕੁੰਡੂ ਦਾ ਘਰ ਦਾ ਜਿਹੜਾ ਇਨਕਮ ਟੈਕਸ ਵਾਲਿਆਂ ਨੇ ਕੁੰਡਾ ਖੜਕਾ ਦਿੱਤਾ ਜੀ। ਬਿਲਕੁਲ ਜੀ, ਬਲਰਾਜ ਕੁੰਡੂ ਮਹਿਮ ਤੋਂ ਜਿਹੜੇ ਹੈਗੇ ਆ ਵਿਧਾਇਕ ਹੈ ਔਰ ਇਹਦਾ ਜਿਹੜਾ ਹੈਗਾ ਕੰਸਟਰਕਸ਼ਨ ਕੰਪਨੀ ਇਹਨੇ ਆਪਣੀ ਬਣਾਈ ਹੋਈ ਹੈ ਜੀ। ਇਸ ਵਿਧਾਇਕ ਨੇ ਆਜ਼ਾਦ ਚੋਣ ਲੜੀ ਸੀ, ਲੋਕਾਂ ਨੇ ਇਹਨੂੰ ਸਹਿਯੋਗ ਦਿੱਤਾ ਔਰ ਇਹ ਐਮਐਲਏ ਬਣ ਕੇ ਚਲਾ ਗਿਆ। ਜੇ ਅਸੀਂ ਦੇਖੀਏ ਭਾਰਤੀ ਜਨਤਾ ਪਾਰਟੀ ਦੀ ਹੁਕੂਮਤ ਜ਼ਰੂਰ ਹੈ, ਮਨੋਹਰ ਲਾਲ ਖੱਟਰ ਸਾਹਿਬ ਜਿਹੜੇ ਹੈਗੇ ਆ ਮੁੱਖ ਮੰਤਰੀ ਹੈ ਹਰਿਆਣਾ ਦੇ, ਲੇਕਿਨ ਉਹਨਾਂ ਦੇ ਕੋਲੇ ਆਪਣੇ ਬਲਬੂਤੇ ਉਹਨਾਂ ਦੀ ਪਾਰਟੀ ਕੋਲ ਬਹੁਮਤ ਨਹੀਂ ਸੀ। ਉਸ ਵੇਲੇ ਜਦੋਂ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਦੌਰਾਨ 40 ਐਮਐਲਏ ਇਹਨਾਂ ਦੇ ਬਣੇ ਸੀ, 10 ਬਣੇ ਸੀ ਜਨਹਿਤ ਜਨਤਾ ਪਾਰਟੀ ਵਾਲਿਆਂ ਦੇ, ਜਨਨਾਇਕ ਜਨਤਾ ਪਾਰਟੀ ਵਾਲਿਆਂ ਦੇ 40 ਤੇ 10 50 ਤੇ 7 ਜਿਹੜੇ ਐਮਐਲਏ ਜੀ ਉਹ ਆਜ਼ਾਦ ਸੀ। ਸੋ 7 ਆਜ਼ਾਦ ਤੇ 10 ਜੇਜੇਪੀ ਵਾਲੇ, ਉਹਨਾਂ ਨੂੰ ਮਿਲਾ ਕੇ 57 ਵਿਧਾਇਕਾਂ ਦਾ ਬਹੁਮਤ ਇਹਨਾਂ ਨੇ ਦਿਖਾਤਾ ਕਿ 90 ਦੇ ਵਿੱਚੋਂ 57 ਸਾਡੇ ਕੋਲੇ ਤੇ ਆਪਣੀ ਸਰਕਾਰ ਬਣਾ ਲਈ ਸੀ। ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਇਹ ਕਿਸਾਨ ਅੰਦੋਲਨ ਦੇ ਸ਼ੁਰੂ ਦੇ ਵਿੱਚ ਜਿਹੜੀ ਹੈਗੀ ਹੈ ਚਰਖੀ ਦਾਦਰੀ ਦੇ ਐਮਐਲਏ ਸੋਮਵੀਰ ਜਿਹੜੇ ਹੈਗੇ ਹੈ ਸਾਂਗਵਾਨ, ਉਹਨਾਂ ਨੇ ਆਪਣੀ ਹਮਾਇਤ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਤੋਂ ਵਾਪਸ ਲੈ ਲਈ ਸੀ ਤੇ ਉਹਨਾਂ ਨੇ ਕਹਿ ਦਿੱਤਾ ਸੀ ਜੀ ਮੈਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਤੋਂ ਮੈਂ ਪਾਸੇ ਨਹੀਂ ਜਾ ਸਕਦਾ। ਉਹ ਆ ਗਏ ਸੀ। ਉਹ ਤੋਂ ਫੌਰਨ ਬਾਅਦ ਹੀ ਜਿਹੜੇ ਇਹ ਮਹਿਮ ਦੇ ਐਮਐਲਏ ਸਾਹਿਬ ਹੈਗੇ ਬਲਰਾਜ ਕੁੰਡੂ, ਇਹਨਾਂ ਨੇ ਵੀ ਆਪਣੀ ਹਮਾਇਤ ਵਾਪਸ ਲੈ ਲਈ ਸੀ। ਮੈਂ ਤੁਹਾਡੇ ਯਾਦ ਕਰਾਉਣਾ ਚਾਹੁੰਦੀ ਸਾਹਿਬ, ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਇਹ ਯਾਦ ਆ ਜੂਗੀ ਕਿ ਜਦੋਂ ਦਿੱਲੀ ਵਾਲੇ ਪਾਸੇ ਨੂੰ ਮਾਰਚ ਸ਼ੁਰੂ ਹੋਇਆ ਸੀ ਉਸ ਵੇਲੇ ਇਹ ਖਬਰਾਂ ਆਈਆਂ ਸੀ ਕਿ ਇੱਕ ਐਮਐਲਏ ਆਪ ਟਰੈਕਟਰ ਚਲਾ ਕੇ ਟਿੱਕਰੀ ਦੇ ਬਾਰਡਰ ਤੱਕ ਪਹੁੰਚਿਆ ਸੀ, ਆਪਣੀ ਖਾਪ ਦੇ ਲੋਕਾਂ ਨੂੰ, ਆਪਣੇ ਆਮ ਲੋਕਾਂ ਨੂੰ ਨਾਲ ਲੈ ਕੇ। ਉਹ ਇਹ ਮਹਿਮ ਦਾ ਹੀ ਐਮਐਲਏ ਸੀ ਬਲਰਾਜ ਕੁੰਡੂ ਸਾਹਿਬ, ਇਹੀ ਗਿਆ ਸੀ ਔਰ ਇਹ ਡੇ 1 ਤੋਂ ਉਸ ਅੰਦੋਲਨ ਦੇ ਨਾਲ ਜੁੜਿਆ ਹੈ। ਜਦੋਂ 26 ਜਨਵਰੀ ਨੂੰ ਕਿਸਾਨ ਪਰੇਡ ਨਿਕਲੀ ਹੈ, ਕਿਸਾਨ ਪਰੇਡ ਵਾਲੇ ਦਿਨ ਵੀ ਇਹ ਜਿਹੜੇ ਹੈਗੇ ਸ਼ਖਸ ਕੁੰਡੂ ਸਾਹਿਬ, ਇਹ ਕੁੰਡੂ ਸਾਹਿਬ ਨੇ ਉਹਦੇ ਵਿੱਚ ਭਾਗ ਲਿਆ ਸੀ। ਜਿਹੜੀ ਉੱਥੇ ਇੱਕ ਰਸੋਈ ਲੰਗਰ ਚੱਲਦਾ ਹੈ ਟਿੱਕਰੀ ਜਾਂ ਸਿੰਘੂ ਦੇ ਵਿੱਚ, ਸਾਡੇ ਵਾਲੇ ਪਾਸੇ ਚੱਲਦਾ ਜਿੱਧਰ ਪੰਜਾਬ ਦੇ ਕਿਸਾਨ ਬੈਠੇ ਤੇ ਹਰਿਆਣਾ ਦੇ ਕਿਸਾਨ ਬੈਠੇ ਵੀ ਹੈ, ਜਿਹੜੀ ਉਹ ਰਸੋਈ ਆਪਣਾ ਨਾਂ ਦਾ ਚੱਲਦਾ ਹੈ ਤੁਹਾਡਾ ਲੰਗਰ ਚੱਲਦਾ ਹੈ, ਉਸ ਲੰਗਰ ਦਾ ਪ੍ਰਬੰਧ ਵੀ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਕੀਤਾ ਹੋਇਆ ਹੈ। ਤੇ ਕਿਸਾਨ ਅੰਦੋਲਨ ਪ੍ਰਤੀ ਇਹਨਾਂ ਦੀ ਪ੍ਰਤੀਬੱਧਤਾ ਕਿੰਨੀ ਵੱਡੀ ਹੈ। ਵਿਅਕਤੀਗਤ ਤੌਰ ਦੇ ਉੱਤੇ ਕੋਈ ਬੰਦਾ ਕਿਸੇ ਨੂੰ ਮਦਦ ਦੇਵੇ ਇਹ ਆਪਾਂ ਵੇਖਦੇ ਹੁੰਦੇ ਹਾਂ, ਬਹੁਤ ਘੱਟ ਆ, ਛੋਟੀ ਮਦਦ ਹੁੰਦੀ ਹੈ। ਲੇਕਿਨ ਕੁੰਡੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੇ ਉਹਦੇ ਤੇ ਅਮਲ ਵੀ ਕੀਤਾ ਹੈ ਕਿ ਜਦੋਂ ਵੀ ਕੋਈ ਕਿਸਾਨ ਇਸ ਮੋਰਚੇ ਦੇ ਵਿੱਚ ਸ਼ਹੀਦ ਹੁੰਦਾ ਉਹਦੇ ਪਰਿਵਾਰ ਨੂੰ ਮੈਂ 2 ਲੱਖ ਰੁਪਈਆ ਦੇਊਂਗਾ ਔਰ 2 ਲੱਖ ਰੁਪਈਆ ਉਹਨਾਂ ਨੂੰ ਦਿੰਦਾ ਆ ਰਿਹਾ ਹੈ। ਕਿਉਂਕਿ ਇਸ ਵੇਲੇ ਦੀ ਹਾਲਤ ਇਹ ਕਿ ਭਾਰਤੀ ਜਨਤਾ ਪਾਰਟੀ ਬੜੀ ਘਬਰਾਈ ਹੋਈ ਹੈ। ਜੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਹਰਿਆਣੇ ਦੇ ਲੀਡਰਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਘਬਰਾਹਟ ਦਾ ਕਾਰਨ ਵੀ ਸਾਨੂੰ ਦਿਸਦਾ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਮਿਸਟਰ ਜਿਹੜੇ ਮਨੋਹਰ ਲਾਲ ਖੱਟਰ ਸਾਹਿਬ ਹੈ, ਇਹਨਾਂ ਨੂੰ ਅੰਬਾਲੇ ਦੇ ਵਿੱਚ ਘੇਰਦੇ ਆ ਕਿਸਾਨ। ਫਿਰ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਹੈ ਜੇਜੇਪੀ ਦੇ ਜਿਹੜੇ ਹੈਗੇ ਹੈ ਦੁਸ਼ਯੰਤ ਸਿੰਘ ਚੌਟਾਲਾ। ਦੁਸ਼ਯੰਤ ਸਿੰਘ ਚੌਟਾਲਾ ਵੀ ਕਿਸੇ ਆਪਣੇ ਹਲਕੇ ਦੇ ਵਿੱਚ ਆਉਂਦੇ ਆ ਤੇ ਲੋਕਾਂ ਨੇ ਉੱਥੇ ਉਹਨਾਂ ਦਾ ਹੈਲੀਕਾਪਟਰ ਨਹੀਂ ਸੀ ਉਤਰ ਦਿੱਤਾ। ਉਹ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਉਲੀਕਦੇ ਹੈ ਖੱਟਰ ਸਾਹਿਬ। ਖੱਟਰ ਸਾਹਿਬ ਵੀ ਹਰਿਆਣੇ ਦੇ ਕਿਸੇ ਇਲਾਕੇ ਦੇ ਵਿੱਚ ਜਾਂਦੇ ਆ ਜੀ ਅਸੀਂ ਆ ਰਹੇ ਹਾਂ, ਔਰ ਉਦੋਂ ਖੱਟਰ ਸਾਹਿਬ ਦਾ ਵੀ ਹੈਲੀਕਾਪਟਰ ਨਹੀਂ ਸੀ ਉਤਰਨ ਦਿੱਤਾ। ਤੁਸੀਂ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆਉਂਦੀ ਹੋਣੀ ਹੈ ਕਿ ਜਿਹੜਾ ਉਦੋਂ ਮੰਚ ਲਾਇਆ ਸੀ ਉਸ ਮੰਚ ਨੂੰ ਕਿਸਾਨਾਂ ਨੇ ਬੁਰੀ ਤਰ੍ਹਾਂ ਖਦੇੜਤਾ ਸੀ, ਪੁੱਟਤਾ ਸੀ ਕਿ ਅਸੀਂ ਮੁੱਖ ਮੰਤਰੀ ਨੂੰ ਇੱਥੇ ਉਤਰ ਨਹੀਂ ਦਿੰਦੇ। ਅੰਦੋਲਨ ਕਿੰਨਾ ਵਿਕਰਾਲ ਰੂਪ ਧਾਰਨ ਕਰ ਗਿਆ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦੇਖ ਸਕਦੇ ਹਾਂ। ਸੰਜੀਵ ਬਾਲੀਅਨ ਜਿਹੜੇ ਇਹਨਾਂ ਦੀ ਕੇਂਦਰੀ ਸਰਕਾਰ ਦੇ ਵਿੱਚ ਵਜ਼ੀਰ ਹੈ, ਉਹ ਮੁਜ਼ੱਫਰਨਗਰ ਤੋਂ ਐਮਪੀ ਬਣੇ ਪਏ, ਪਹਿਲਾਂ 2014 ਚ ਵੀ ਬਣੇ ਸੀ, 19 ਚ ਵੀ ਬਣੇ ਸੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਨੇ ਥੱਲੇ ਬਾਈਕਾਟ ਤੱਕ ਦੀ ਗੱਲ ਕਰਤੀ ਸੀ ਕਿ ਬੀਜੇਪੀ ਦੇ ਲੀਡਰਾਂ ਦਾ ਬਾਈਕਾਟ ਕਰ ਦਿਓ, ਆਪਾਂ ਇਹਨਾਂ ਦੀ ਗੱਲ ਨਹੀਂ ਸੁਣਨੀ, ਉਸ ਵੇਲੇ ਅਮਿਤ ਸ਼ਾਹ ਨੇ ਤੇ ਜੇਪੀ ਨੱਡਾ ਸਾਹਿਬ ਨੇ ਆਪਣੇ ਸਾਰੇ ਲੀਡਰਾਂ ਨੂੰ, ਚਾਹੇ ਉਹ ਪੰਜਾਬ ਦੇ ਹੈ, ਚਾਹੇ ਉਹ ਹਰਿਆਣੇ ਦੇ ਹੈ, ਚਾਹੇ ਉਹ ਰਾਜਸਥਾਨ ਜਾਂ ਉੱਤਰ ਪ੍ਰਦੇਸ਼ ਦੇ ਸੀ, ਉਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਉਹਨਾਂ ਨੂੰ ਬਰੀਫ ਕੀਤਾ ਸੀ, ਉਹਨਾਂ ਨੂੰ ਡਿਕਟੇਟ ਕੀਤਾ ਸੀ ਕਿ ਤੁਸੀਂ ਜਾਓ, ਜਾ ਕੇ ਲੋਕਾਂ ਨੂੰ ਸਮਝਾਓ, ਕਿਸਾਨਾਂ ਨੂੰ ਸਮਝਾਓ ਕਿ ਇਹ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਹੈ। ਔਰ ਸੰਜੀਵ ਬਾਲੀਅਨ ਜਦੋਂ ਜਾਂਦੇ ਆ ਤੁਹਾਡੇ ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਖਾਪ ਦੇ ਵੱਡੇ ਲੀਡਰ ਦੇ ਕੋਲੇ ਜਾਂਦੇ ਆ, ਬਜ਼ੁਰਗ ਬੰਦੇ ਕੋਲੇ ਜਾਂਦੇ ਆ, ਉਹਨਾਂ ਨੂੰ ਬਾਬਾ ਜੀ ਕਹਿੰਦੇ ਆ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਬਾਬਾ ਜੀ ਕਹਿੰਦੇ ਆ ਗੋ ਬੈਕ, ਤੂੰ ਸਾਡੇ ਨਾਲ ਇੱਕ ਕਿਸਾਨ ਬਣ ਕੇ ਗੱਲ ਕਰਨੀ ਹੈ, ਤੂੰ ਮੋਦੀ ਦਾ ਮੈਸੇਂਜਰ ਬਣ ਕੇ ਗੱਲ ਕਰਨਾ ਹੈ, ਤੇਰੇ ਨਾਲ ਅਸੀਂ ਗੱਲ ਨਹੀਂ ਕਰਨੀ।
ਜੀ ਔਰ ਜੇ ਤੂੰ ਇਹ ਗੱਲ ਕਰਨੀ ਹੈ ਤਾਂ ਤੂੰ ਆਪਣੀ ਖਾਪ ਵਾਲੇ ਲੋਕਾਂ ਕੋਲੇ ਜਾ, ਤੂੰ ਦੇਖ ਤੇਰੇ ਨਾਲ ਕੋਈ ਤੁਰਦਾ ਕਿ ਨਹੀਂ ਤੁਰਦਾ। ਬੜੇ ਬੇਆਬਰੂ ਕਰਕੇ ਉਹਨੂੰ ਉੱਥੋਂ ਕੱਢਿਆ ਗਿਆ ਸੀ। ਇਹੀ ਸਥਿਤੀ ਜਿਹੜੀ ਹੈ ਹਰਿਆਣੇ ਦੇ ਵਿੱਚ ਹੈ, ਇਹੀ ਸਥਿਤੀ ਰਾਜਸਥਾਨ ਦੇ ਵਿੱਚ ਹੈ। ਪੰਜਾਬ ਦੇ ਵਿੱਚ ਤਾਂ ਆਪਾਂ ਦੇਖ ਹੀ ਲਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੋਈਆਂ, ਉਹਨਾਂ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਦੁਰਦਸ਼ਾ ਹੋਈ ਹੈ। ਇਹਨਾਂ ਲੋਕਾਂ ਨੂੰ ਜਿਹੜੇ ਹੈਗੇ ਕੈਂਡੀਡੇਟ ਨਹੀਂ ਮਿਲੇ, ਔਰ ਜੇ ਕਿਤੇ ਕੈਂਡੀਡੇਟ ਮਿਲੇ ਆ ਤੇ ਲੋਕਾਂ ਨੇ ਧੂੜ ਚੜਾਤੀ। ਹਾਲਾਂਕਿ ਲੋਕਲ ਬਾਡੀ ਦੀਆਂ ਚੋਣਾਂ ਜਿਹੜੀਆਂ ਸ਼ਹਿਰਾਂ ਨਾਲ ਸੰਬੰਧਿਤ ਸੀ, ਔਰ ਸ਼ਹਿਰਾਂ ਦੇ ਲੋਕਾਂ ਨੂੰ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਇਹ ਸਮਝਦੇ ਕਿ ਇਹ ਸਾਡੇ ਆਪਣੇ ਬੰਦੇ, ਤੇ ਉਹਨਾਂ ਨੇ ਵੀ ਇਹਨਾਂ ਦੀ ਬੁਰੀ ਹਾਲਤ ਕਰ ਦਿੱਤੀ ਸੀ। ਸੋ ਇਹਦੇ ਤੋਂ ਹੁਣ ਇਹ ਘਬਰਾਏ ਹੋਏ ਹੈ, ਤੇ ਜਦੋਂ ਘਬਰਾਉਣ ਤੇ ਫਿਰ ਘਬਰਾਉਣ ਦਾ ਇਹਨਾਂ ਦੇ ਕੋਲੇ ਇੱਕੋ ਤਰੀਕਾ ਇਲਾਜ ਇਹ ਹੈ ਕਿ ਜਿਹੜੇ ਲੋਕ ਸਾਨੂੰ ਛੱਡ ਕੇ ਜਾ ਰਹੇ ਹੈ ਉਹਨਾਂ ਨੂੰ ਡਰਾਇਆ ਜਾਵੇ, ਧਮਕਾਇਆ ਜਾਵੇ। ਹਰਿਆਣੇ ਦੀ ਅਸੀਂ ਗੱਲ ਕਰੀਏ, ਜੇ ਅੱਜ ਦੁਸ਼ਯੰਤ ਸਿੰਘ ਚੌਟਾਲਾ ਦੀ ਪਾਰਟੀ JJP ਹਮਾਇਤ ਵਾਪਸ ਲੈ ਲਵੇ ਤਾਂ ਸਰਕਾਰ ਟੁੱਟਦੀ ਹੈ। ਦੁਸ਼ਯੰਤ ਸਿੰਘ ਚੌਟਾਲਾ ਦਾ ਚਾਚਾ ਅਵੈਧ ਸਿੰਘ ਚੌਟਾਲਾ ਉਹ ਆਪਣੀ ਪਾਰਟੀ ਵੱਲੋਂ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਇਕੱਲਾ ਹੀ ਜਿੱਤਿਆ ਸੀ, ਔਰ ਉਹਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣੀ MLA-ਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚੋਂ ਪੂਰੀ ਤਰ੍ਹਾਂ ਸਰਗਰਮ ਹੈ, ਆਪਣੇ ਇਲਾਕੇ ਦੇ ਲੋਕਾਂ ਨੂੰ ਉਹ ਲਾਮਬੰਦ ਕਰ ਰਿਹਾ ਹੈ। ਉਹਨਾਂ ਦਾ ਬਿਆਨ ਵੀ ਅਖਬਾਰਾਂ ਦੇ ਵਿੱਚ ਆਇਆ ਹੋਇਆ ਹੈ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਹੈਗੀ ਹੈ ਕਿਸਾਨ ਏਕਤਾ ਨੂੰ ਤੋੜਨ ਵਾਸਤੇ, ਕਿਸਾਨ ਅੰਦੋਲਨ ਦਾ ਸਾਥ ਕੱਢਣ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਕਿਸਾਨਾਂ 'ਚ ਫੁੱਟ ਪਾਉਣ ਵਰਗੀਆਂ ਗੱਲਾਂ ਕਰ ਰਹੀ ਹੈ। ਲੇਕਿਨ ਜਿਵੇਂ ਆਪਣੇ ਇੱਕ ਕਹਾਵਤ ਹੁੰਦੀ ਹੈ ਕਿ ਧੀਏ ਗੱਲ ਸੁਣ ਤੇ ਨੂੰਹੇ ਕੰਨ ਕਰ, ਇਸ ਕਿਸਮ ਦੀ ਜਿਹੜੀ ਹੈਗੀ ਹੈ ਹੁਣ ਇਹਨਾਂ ਨੇ ਇੱਕ ਨੀਤੀ ਅਖਤਿਆਰ ਕੀਤੀ ਹੈ ਕਿ ਉਹ MLA ਜਿਹੜੇ ਸਾਡੇ ਸਾਥ ਛੱਡਦੇ ਆ ਉਹਨਾਂ ਦਾ ਕਾਫੀਆ ਤੰਗ ਕਰ ਦਿਓ, ਉਹਨਾਂ ਨੂੰ ਬੁਰੀ ਤਰ੍ਹਾਂ ਤੰਗ ਪਰੇਸ਼ਾਨ ਕਰੋ ਤਾਂ ਕਿ ਕੋਈ ਹੋਰ ਜਿਹੜਾ ਹੈਗਾ ਸਾਨੂੰ ਛੱਡਣ ਦੀ ਜ਼ਰੂਰਤ ਨਾ ਕਰ ਸਕੇ। ਭਾਵੇਂ ਆਪਾਂ ਬੰਗਾਲ ਦੇ ਵਿੱਚ ਦੇਖ ਲਈਏ, ਭਾਵੇਂ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਪਹਿਲਾਂ ਦੇਖ ਚੁੱਕੇ ਹਾਂ, ਆਪਾਂ ਰਾਜਸਥਾਨ ਦੇ ਵਿੱਚ ਜਦੋਂ ਸਚਿਨ ਪਾਇਲਟ ਦਾ ਤੇ ਗਹਿਲੋਤ ਦਾ ਕਾਟੋ ਕਲੇਸ਼ ਪਿਆ, ਉਸ ਵੇਲੇ ਵੀ ਦੇਖਿਆ ਆਪਾਂ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਿੰਨੀ ਬੇਸ਼ਰਮੀ ਨਾਲ ਕੇਂਦਰ ਸਰਕਾਰ ਕਰਦੀ ਹੈ ਲੋਕਾਂ ਨੂੰ ਡਰਾਉਣ ਵਾਸਤੇ। ਚਾਹੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਚਾਹੇ ਉਹ CBI ਹੈ, ਚਾਹੇ ਉਹ ਤੁਹਾਡੀ ਇਨਕਮ ਟੈਕਸ ਆ, ED ਹੈ ਵਗੈਰਾ। ਪੰਜਾਬ ਦੇ ਵਿੱਚੋਂ ਕਿਸਾਨ ਅੰਦੋਲਨ ਨੂੰ ਜਿਹਦੇ ਲੋਕਾਂ ਨੇ ਹਮਾਇਤ ਦਿੱਤੀ ਹੈ, ਚਾਹੇ ਉਹ ਆੜ੍ਹਤੀਏ ਹੋਣ, ਚਾਹੇ ਉਹ ਟਰਾਂਸਪੋਰਟਰ ਹੋਣ, ਚਾਹੇ ਉਹ ਜਿਹੜੇ ਹੈਗੇ ਸਮਾਜ ਸੇਵੀ ਲੰਗਰ ਲਾਉਣ ਵਾਲੇ ਹੋਣ, ਉਹਨਾਂ ਨੂੰ ਵੀ ਨੋਟਿਸ ਘੱਲੇ ਜਾ ਰਹੇ। ਸਾਰਾ ਕੁਝ ਜਿਹੜਾ ਹੈਗਾ ਇੱਕ ਉਸੇ ਪ੍ਰਕਰਮ ਦਾ ਨਤੀਜਾ ਹੈ। ਔਰ ਹੁਣ ਰਾਜ ਕੁੰਡੂ ਦੇ ਜਿਹੜੇ ਹੈਗੇ ਜੀ ਟਿਕਾਣੇ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਕੱਲ ਸਵੇਰੇ ਆ ਕੇ ਪਹਿਲਾਂ ਉਹਦਾ ਘਰ ਘੇਰ ਲਿਆ, ਉਹਦਾ ਘਰ ਨਹੀਂ ਘੇਰਿਆ, ਸਗੋਂ ਹਾਂਸੀ ਦੇ ਵਿੱਚ ਉਹਦੇ ਸਹੁਰੇ, ਉਹਦੀ ਸੱਸ ਘਰ ਦੇ ਵਿੱਚ ਕੱਲੀ ਹੈ, ਜਾ ਕੇ ਉਹਦਾ ਘਰ ਘੇਰ ਲਿਆ। 40 ਦੇ ਕਰੀਬ ਜਿਹੜੇ ਹੈਗੇ ਉਹਦੇ ਦਫ਼ਤਰ ਤੇ ਜਿਹੜੇ ਉਹਦੇ ਟਿਕਾਣੇ ਹੈ, ਉਹਨਾਂ ਟਿਕਾਣਿਆਂ ਦੇ ਉੱਤੇ ਕੱਲ ਸਵੇਰ ਤੋਂ ਜਿਹੜੀ ਛਾਪਾਮਾਰੀ ਚੱਲ ਰਹੀ ਸੀ, ਰਾਤ ਦੇਰ ਤੱਕ ਉਹ ਛਾਪਾਮਾਰੀ ਚੱਲੀ ਜਾ ਰਹੀ ਹੈ। ਉਹਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਤਾਂ ਕਿ ਦੁਸ਼ਯੰਤ ਸਿੰਘ ਚੌਟਾਲਾ ਵਰਗਾ ਕੋਈ ਬੰਦਾ ਜ਼ਰੂਰਤ ਨਾ ਕਰ ਲਵੇ ਕਿ ਲੋਕਾਂ ਦੇ ਦਬਾਅ ਥੱਲੇ ਆ ਜਾਏ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਹੈ ਹਰਿਆਣਾ ਦਾ। ਤਾਂ ਸੱਤਾਂ ਦੇ ਵਿੱਚੋਂ 2 ਜਿਹੜੇ ਇੰਡੀਪੈਂਡੈਂਟ MLA ਤੇ ਛੱਡ ਕੇ ਪਾਸੇ ਹੋ ਗਏ, ਤੇ ਜੇ ਇਹੀ ਚੱਲਦਾ ਰਿਹਾ ਤੇ ਕੋਈ ਹੋਰ ਛੱਡ ਕੇ ਤੇ ਸਰਕਾਰ ਖਤਰੇ 'ਚ ਪੈਂਦੀ ਹੈ। ਸੋ ਇਹ ਸਰਕਾਰ ਨੂੰ ਬਚਾਉਣ ਵਾਸਤੇ ਜਿਹੜੇ ਇਸ ਕਿਸਮ ਦੇ ਤੌਰ ਤਰੀਕੇ ਅਪਣਾਏ ਜਾ ਰਹੇ ਆ, ਇਹ ਉਹਦਾ ਨਤੀਜਾ ਹੈ। ਪਰ ਜਿੰਨਾ ਮਰਜ਼ੀ ਆਪਾਂ ਦੇਖਿਆ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਤਾਨਾਸ਼ਾਹੀ ਡਿਕਟੇਟਰਾਨਾ ਤੌਰ ਤਰੀਕੇ ਅਪਣਾ ਲੈਣ, ਜਦੋਂ ਲੋਕਾਂ ਦੇ ਹੜ ਉੱਠਦੇ ਹੈ, ਲੋਕਾਂ ਦੇ ਹੜਾਂ ਨੂੰ ਰੋਕਿਆ ਨਹੀਂ ਜਾ ਸਕਦਾ। ਵੱਡੇ ਵੱਡੇ ਤਾਨਾਸ਼ਾਹ ਆਪਾਂ ਦੇਖਦੇ ਰਹੇ ਹਾਂ। ਮੇਰੇ ਯਾਦ ਹੈ ਚੰਦੀ ਸਾਹਿਬ, ਮੈਂ ਉਸ ਵੇਲੇ ਬਹੁਤ ਐਕਟਿਵ ਹੁੰਦਾ ਸੀ ਪੱਤਰਕਾਰਤਾ ਦੇ ਖੇਤਰ ਦੇ ਵਿੱਚ, ਜਦੋਂ ਈਰਾਨ ਦੇ ਵਿੱਚ ਇਸਲਾਮਿਕ ਰੈਵੋਲੂਸ਼ਨ ਆਇਆ ਹੈ। ਜਿਹੜੇ ਮਿਸਟਰ ਖੁਮੈਨੀ ਆ ਉਹ ਤਾਂ ਬਾਹਰ ਬੈਠੇ ਸੀ ਕਿਸੇ ਹੋਰ ਦੇਸ਼ ਦੇ ਵਿੱਚ, ਔਰ ਉੱਥੇ ਇੱਕ ਬਾਦਸ਼ਾਹ ਹੁੰਦਾ ਸੀ। ਉਹ ਬਾਦਸ਼ਾਹ ਜਿਹੜਾ ਹੈਗਾ ਆਪਣੇ ਆਪ ਨੂੰ ਤਾਂ ਪ੍ਰੋਗਰੈਸਿਵ ਕਹਿੰਦਾ ਸੀ, ਲੇਕਿਨ ਲੋਕ ਉਹ ਤੋਂ ਬੇਚੈਨ ਸੀ। ਉਹਦੇ ਖਿਲਾਫ ਇੱਕ ਅੰਦੋਲਨ ਸ਼ੁਰੂ ਹੋਇਆ ਸੀ। ਉਸ ਅੰਦੋਲਨ ਨੇ ਐਡੀ ਵੱਡੀ ਪ੍ਰਾਪਤੀ ਹਾਸਲ ਕੀਤੀ ਸੀ ਕਿ ਬਾਦਸ਼ਾਹ ਦੀ ਗੱਡੀ, ਸ਼ਾਹ ਰਜਾ ਪਹਿਲਵੀ ਸੀ ਉਹਦਾ ਨਾਮ, ਉਹਦੀ ਗੱਡੀ ਉਲਟਾ ਦਿੱਤੀ ਸੀ ਤੇ ਉਹਨੂੰ ਭੱਜਣਾ ਪੈ ਗਿਆ ਸੀ। ਉਸ ਵੇਲੇ ਉਹਦੀ ਫੌਜ ਦੇ 4 ਜਰਨੈਲਾਂ ਨੂੰ ਲੋਕਾਂ ਨੇ ਫਾਂਸੀ ਦਿੱਤਾ ਸੀ। ਇਹ ਹਾਲਤ ਹੁੰਦੀ ਹੈ ਲੋਕਾਂ ਦੀ ਜਦੋਂ ਲੋਕਾਂ ਦਾ ਜਿਹੜੀ ਬੇਚੈਨੀ ਵੱਧਦੀ ਹੈ। ਤੁਸੀਂ ਜਿੰਨੇ ਮਰਜ਼ੀ ਇਹ ਤੌਰ ਤਰੀਕੇ ਅਪਣਾ ਲਓ, ਉਹਨੂੰ ਨਹੀਂ ਦਬਾਇਆ ਜਾ ਸਕਦਾ। ਇਹ ਹੁਣ ਆਪਾਂ ਇਹ ਕਹਿ ਸਕਦੇ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਉਹਨਾਂ ਰਾਹਾਂ ਤੇ ਚੱਲ ਰਹੀ ਹੈ ਜਿਨ੍ਹਾਂ ਰਾਹਾਂ ਦੇ ਵਿੱਚ 75 ਦੇ ਉੱਤੇ ਇੰਦਰਾ ਗਾਂਧੀ ਚੱਲਦੀ ਹੁੰਦੀ ਸੀ।